ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ 10th ਕਲਾਸ ਅੱਜ ਅਸੀਂ ਕਵਿਤਾ ਭਾਗ ਦੇ ਵਿੱਚ ਲੱਗਾ ਹੋਇਆ ਅਗਲਾ ਪਾਠ ਗੁੰਮ ਨੇ ਰਸੋਈ ਵਿੱਚੋਂ ਪੜ੍ਹਨ ਜਾ ਰਹੇ ਹਾਂ। ਗੁੰਮ ਨੇ ਰਸੋਈ ਵਿੱਚੋਂ ਕਸ਼ਮੀਰ ਨੀਰ ਦੀ ਲਿਖੀ ਹੋਈ ਇੱਕ ਗਜ਼ਲ ਹੈ ਔਰ ਇਸ ਵਿੱਚ ਸਾਡੇ ਜੀਵਨ ਅਥਵਾ ਪੰਜਾਬੀ ਸੱਭਿਆਚਾਰ ਵਿੱਚ ਆਈ ਤਬਦੀਲੀ ਨੂੰ ਜਿਹੜਾ ਉਹ ਪ੍ਰਗਟਾਇਆ ਗਿਆ ਹੈ। ਪੱਛਮੀ ਸੱਭਿਆਚਾਰ ਦੇ ਪ੍ਰਭਾਵ ਅਧੀਨ ਕਸ਼ਮੀਰ ਨੀਰ ਦੱਸਦਾ ਹੈ ਕਿ ਸਾਡਾ ਰਹਿਣ ਸਹਿਣ ਖਾਣ ਪੀਣ ਪਹਿਰਾਵਾ ਆਦਿ ਸਭ ਕੁਝ ਹੀ ਬਦਲ ਚੁੱਕਾ ਹੈ ਅਥਵਾ ਸਾਡੇ ਘਰਾਂ ਦੀ ਨੁਹਾਰ ਤੱਕ ਬਦਲ ਗਈ ਹੈ। ਅਸੀਂ ਅੰਨ੍ਹੇਵਾਹ ਪੱਛਮੀ ਸੱਭਿਆਚਾਰ ਦੀ ਨਕਲ ਜਿਹੜੀ ਉਹ ਕਰ ਰਹੇ ਹਾਂ ਤੇ ਇਹ ਰੁਝਾਨ ਜਿਹੜਾ ਹੈ ਉਹ ਲਗਾਤਾਰ ਹੀ ਵੱਧਦਾ ਜਾ ਰਿਹਾ ਹੈ। ਅਸੀਂ ਜਿਹੜਾ ਆ ਉਹ ਪੱਛਮੀ ਸੱਭਿਆਚਾਰ ਦੀ ਇੰਨੀ ਨਕਲ ਕਰ ਰਹੇ ਹਾਂ ਕਿ ਆਪਣੀ ਪਹਿਚਾਣ ਹੀ ਅਸੀਂ ਗਵਾ ਲਈ ਹੈ। ਹਰ ਪਾਸੇ ਪੱਛਮੀ ਸੱਭਿਅਤਾ ਦਾ ਪ੍ਰਭਾਵ ਸਾਨੂੰ ਆਮ ਦਿਖਾਈ ਦਿੰਦਾ ਹੈ। ਚਲੋ ਅਸੀਂ ਜਿਹੜਾ ਆ ਉਹ ਦੇਖਦੇ ਹਾਂ ਕਿ ਕਸ਼ਮੀਰ ਨੀਰ ਇਸ ਕਵਿਤਾ ਦੇ ਵਿੱਚ ਜਿਹੜਾ ਉਹ ਕੀ ਵਿਚਾਰ ਜਿਹੜੇ ਉਹ ਪੇਸ਼ ਕਰਦੇ ਨੇ। ਸਭ ਤੋਂ ਪਹਿਲਾਂ ਕਸ਼ਮੀਰ ਨੀਰ ਕੀ ਦੱਸਦੇ ਨੇ ਕਿ ਗੁੰਮ ਨੇ ਰਸੋਈ ਵਿੱਚੋਂ ਚਾਟੀਆਂ ਮਧਾਣੀਆਂ, ਬਰਗਰਾਂ ਤੇ ਪੀਜ਼ਿਆਂ ਨੇ ਪੱਟੀਆਂ ਸੁਆਣੀਆਂ। ਇੱਥੇ ਕਸ਼ਮੀਰ ਨੀਰ ਜਿਹੜਾ ਖਾਣ ਪੀਣ ਦੇ ਵਿੱਚ ਆਈ ਤਬਦੀਲੀ ਨੂੰ ਦਰਸਾ ਰਹੇ ਨੇ ਕਿ ਸਾਡੀ ਗੁੰਮ ਜਿਹੜੀ ਰਸੋਈ ਦੇ ਵਿੱਚ ਆ ਉਥੋਂ ਚਾਟੀਆਂ ਮਧਾਣੀਆਂ ਜਿਹੜੀਆਂ ਨੇ ਉਹ ਗੁੰਮ ਹੋ ਚੁੱਕੀਆਂ ਨੇ। ਜਿਵੇਂ ਅਸੀਂ ਇੱਥੇ ਦੇਖਦੇ ਹਾਂ ਕਿ ਅੱਜ ਜਿਹੜਾ ਆ ਉਹ ਇਹ ਮਧਾਣੀ ਜਿਹੜੀ ਚਾਟੀ ਹੈ ਸਾਡੇ ਘਰਾਂ ਵਿੱਚ ਕਿਤੇ ਵੀ ਨਹੀਂ ਦਿਸਦੀਆਂ ਔਰ ਅੱਜ ਕੱਲ੍ਹ ਸਾਡੇ ਬੱਚਿਆਂ ਨੂੰ ਜਾਂ ਸੁਆਣੀਆਂ ਨੂੰ ਕੀ ਚੰਗਾ ਲੱਗਦਾ ਹੈ, ਪੀਜ਼ੇ ਤੇ ਬਰਗਰ ਜਿਹੜੇ ਨੇ ਉਹ ਚੰਗੇ ਲੱਗਦੇ ਨੇ। ਭਾਵ ਖਾਣ ਪੀਣ ਜਿਹੜਾ ਬਿਲਕੁਲ ਹੀ ਸਾਡਾ ਪੱਛਮੀ ਸੱਭਿਆਚਾਰ ਦੇ ਅਧੀਨ ਹੋ ਗਿਆ ਹੈ। ਅਸੀਂ ਪੱਛਮੀ ਸੱਭਿਆਚਾਰ ਜਿਹੜੀਆਂ ਪੱਛਮੀ ਹਵਾਵਾਂ ਨੇ ਉਹਨਾਂ ਦੇ ਪਿੱਛੇ ਲੱਗ ਕੇ ਆਪਣਾ ਖਾਣ ਪੀਣ ਜਿਹੜਾ ਬਿਲਕੁਲ ਵਿਗਾੜ ਚੁੱਕੇ ਹਾਂ। ਅੱਜ ਸਾਡੇ ਬੱਚਿਆਂ ਨੂੰ ਜਿਹੜਾ ਦੁੱਧ ਦਹੀਂ ਜਿਹੜਾ ਆ ਉਹ ਪਸੰਦ ਨਹੀਂ ਹੈ, ਬਲਕਿ ਉਹਦੀ ਜਗ੍ਹਾ ਤੇ ਪੀਜ਼ੇ ਬਰਗਰ ਜ਼ਿਆਦਾ ਚੰਗੇ ਲੱਗਦੇ ਨੇ। ਕਹਿੰਦੇ ਖਾਣ ਪੀਣ ਪਹਿਰਾਵਾ ਆਪਣਾ ਗਵਾਚਿਆ, ਵਗੀਆਂ ਨੇ ਪੱਛਮੀ ਹਵਾਵਾਂ ਮਰ ਜਾਣੀਆਂ। ਠੀਕ ਹੈ, ਪੱਛਮੀ ਹਵਾਵਾਂ ਵਗਣ ਨਾਲ ਕੀ ਹੋ ਗਿਆ, ਸਾਡਾ ਖਾਣ ਪੀਣ ਜਿਹੜਾ ਉਹ ਬਿਲਕੁਲ ਹੀ ਬਦਲ ਚੁੱਕਾ ਹੈ। ਅਸੀਂ ਪੀਜ਼ੇ ਬਰਗਰ ਨਿਊਡਲਸ ਸਾਰਾ ਕੁਝ ਜਿਹੜਾ ਉਹ ਖਾ ਰਹੇ ਹਾਂ। ਠੀਕ ਹੈ, ਇੱਥੇ ਤੁਸੀਂ ਮਤਲਬ ਜ਼ਿਆਦਾ ਖਾਣ ਜੋ ਵੀ ਕਵਿਤਾ ਦੇ ਵਿੱਚ ਲਿਖਿਆ ਸਿਰਫ ਤੁਸੀਂ ਓਨਾ ਕੁ ਹੀ ਦੱਸਣਾ ਹੈ। ਜਿਵੇਂ ਮੈਂ ਤੁਹਾਨੂੰ ਦੱਸ ਰਹੀ ਕਿ ਪੱਛਮੀ ਸੱਭਿਆਚਾਰ 'ਚ ਹੋਰ ਵੀ ਚੀਜ਼ਾਂ 'ਚ ਬਦਲਾਵ ਆਇਆ ਸਾਨੂੰ ਚੰਗੀਆਂ ਲੱਗਦੀਆਂ, ਉਹ ਵਿਸ਼ੇ ਵਿੱਚ ਨਹੀਂ ਤੁਸੀਂ ਲਿਖਣਾ। ਤੁਸੀਂ ਅਗਰ ਕਸ਼ਮੀਰ ਨੇ ਸਿਰਫ ਬਰਗਰਾਂ ਤੇ ਪੀਜ਼ਿਆਂ ਦੀ ਗੱਲ ਕਰ ਰਹੇ ਤਾਂ ਅਸੀਂ ਉਹੀ ਸਿਰਫ ਜਿਹੜਾ ਉਹ ਦੱਸਣਾ ਹੈ। ਉਸ ਤੋਂ ਬਾਅਦ ਕਹਿੰਦੇ ਕਿ ਪਰੰਪਰਾਗਤ ਖਾਣੇ ਸਾਡੇ ਜਿਹੜੇ ਨੇ ਉਹ ਬਿਲਕੁਲ ਗਵਾਚ ਗਏ ਨੇ, ਪਰੰਪਰਾਗਤ ਪਹਿਰਾਵੇ ਸਾਡੇ ਗਵਾਚ ਗਏ ਨੇ। ਅੱਜ ਜਿਹੜੀਆਂ ਜਿਹੜੇ ਆ ਬੱਚੇ ਨੇ ਉਹ ਕੁੜਤੇ ਪਜਾਮੇ ਔਰ ਪੁਰਾਣੇ ਸੂਟਾਂ ਨੂੰ ਜਿਹੜਾ ਉਹ ਪ੍ਰੈਫਰੈਂਸ ਨਹੀਂ ਦਿੰਦੇ, ਉਹਨਾਂ ਨੂੰ ਤਰਜੀਹ ਜਿਹੜੀ ਉਹ ਨਹੀਂ ਦਿੰਦੇ। ਤਰਜੀਹ ਕਿਹਨਾਂ ਨੂੰ ਦਿੱਤੀ ਜਾਂਦੀ ਹੈ, ਜੀਨਸ ਨੂੰ ਦਿੱਤੀ ਜਾਂਦੀ ਹੈ। ਠੀਕ ਹੈ, ਸ਼ਰਟਸ ਜੀਨਸ ਜਿਹੜੀਆਂ ਉਹ ਟੌਪ ਵਗੈਰਾ ਗਰਲਜ਼ ਬॉयਜ਼ ਜਿਹੜੇ ਨੇ ਉਹ ਪਹਿਨਦੇ ਨੇ। ਉਸ ਤੋਂ ਬਾਅਦ ਅਗਲੇ ਜੀਨ ਜੁਗਤ ਦੇ ਅਗਲੇ ਪੈਰੇ ਵਿੱਚ ਗੱਲ ਕਰਦੇ ਨੇ ਕਿ ਇਹਦੀ ਏਸੀ ਕੂਲਰਾਂ ਦੇ ਹੁਣ ਹੋ ਗਏ ਮੁਹਤਾਜ ਨੇ, ਜਿਹੜੀਆਂ ਜਵਾਨੀਆਂ ਹਿੱਕਾਂ ਲੂਆਂ ਚੀਸੀ ਤਾਣੀਆਂ। ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸੀ ਉਹ ਜ਼ਮੀਨਾਂ ਦੇ ਵਿੱਚ ਵਾਹੀ ਕਰਦੇ ਸੀ ਔਰ ਗਰਮ ਲੂ ਦੇ ਵਿੱਚ ਜਿਹੜੇ ਉਹ ਕੰਮ ਕਰਦੇ ਸੀ ਔਰ ਜਿਹੜੀਆਂ ਹਿੱਕਾਂ ਜਿਹੜੀਆਂ ਸੀ ਉਹ ਲੂਹਾਂ ਨੂੰ ਸਹਿੰਦੀਆਂ ਸਨ, ਤਪਦੀ ਗਰਮੀ ਨੂੰ ਬਰਦਾਸ਼ਤ ਕਰਦੀਆਂ ਸਨ। ਅੱਜ ਸਾਡੇ ਬੱਚੇ ਜਿਹੜੇ ਨੇ ਕੀ ਹੋ ਗਏ ਨੇ, ਏਸੀ ਕੂਲਰਾਂ ਦੇ ਮੁਹਤਾਜ ਹੋ ਗਏ ਨੇ। ਅੱਜ ਉਹਨਾਂ ਨੂੰ ਜਿਹੜਾ ਆ ਉਹ ਬਹੁਤ ਜ਼ਿਆਦਾ ਗਰਮੀ ਜਿਹੜੀ ਉਹ ਲੱਗਦੀ ਹੈ ਔਰ ਸਰੀਰ ਇੰਨਾ ਕੁ ਜ਼ਿਆਦਾ ਉਹਨਾਂ ਨੇ ਕੋਮਲ ਕਰ ਲਿਆ ਕਿ ਹੁਣ ਉਹਨਾਂ ਕੋਲ ਕੋਈ ਕੰਮ ਜਿਹੜਾ ਉਹ ਨਹੀਂ ਹੁੰਦਾ ਔਰ ਬਹੁਤ ਜਲਦੀ ਜਿਹੜੇ ਨੇ ਉਹ ਥੱਕ ਜਾਂਦੇ ਨੇ। ਅੱਜ ਦੇ ਬੱਚੇ ਜਿਹੜੇ ਨੇ ਉਹ ਆਰਾਮ ਪਸੰਦ ਜਾਂ ਆਰਾਮ ਕਰਨਾ ਜ਼ਿਆਦਾ ਪਸੰਦ ਕਰਦੇ ਨੇ, ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਵੀ ਅਸੀਂ ਦੇਖਦੇ ਹਾਂ ਲੱਗ ਜਾਂਦੀਆਂ ਨੇ। ਔਰ ਇਹਨਾਂ ਏਸੀਆਂ ਕੂਲਰਾਂ ਦੇ ਮੁਹਤਾਜ ਹੋ ਕੇ ਕੰਮ ਨਾ ਕਰਨ ਕਰਕੇ ਹੋਇਆ ਕੀ ਹੈ, ਕਸ਼ਮੀਰ ਨੀਰ ਦੱਸਦਾ ਹੈ 9-9 ਇੰਚ ਗੱਦਿਆਂ ਤੇ ਹੁੰਦੀਆਂ ਨਸੀਬ ਨਾਲ ਨੀਂਦਰਾਂ ਜੋ ਦਿੰਦੀਆਂ ਸੀ ਮੰਜੀਆਂ ਲਾਣੀਆਂ। ਅਲਾਣੀ ਮੰਜੀ ਹੁੰਦੀ ਜਿੱਤੇ ਕੋਈ ਬਿਨੇ ਵਿਛਾਉਣੇ ਦੀ ਮੰਜੀ ਹੁੰਦੀ, 'ਚ ਕੁਛ ਵਿਛਾਈ ਨਹੀਂ ਕੀਤੀ ਜਾਂਦੀ, ਕੋਈ ਤਲਾਈ ਜਾਂ ਕੋਈ ਬਿਸਤਰਾ ਨਹੀਂ ਵਿਛਾਇਆ ਜਾਂਦਾ। ਕਹਿੰਦੇ ਕਿ ਜਿਹੜੀ ਨੀਂਦ ਆਰਾਮ ਦੀ ਨੀਂਦ ਸਾਡੇ ਬਜ਼ੁਰਗ ਸੌਂਦੇ ਸੀ ਅਲਾਣੀ ਮੰਜੀ ਤੇ ਅੱਜ ਸਾਡੇ ਨੌਜਵਾਨਾਂ ਨੂੰ 9-9 ਇੰਚ ਦੇ ਗੱਦਿਆਂ ਉੱਤੇ ਵੀ ਨਸੀਬ ਨਹੀਂ ਹੁੰਦੀ। ਭਾਵ ਸਰੀਰ ਜਿਹੜਾ ਰੋਗ ਨਾਲ ਗ੍ਰਸਤ ਹੋ ਚੁੱਕਾ ਆ। ਕਾਰਨ ਕੀ ਹੈ ਕਿ ਅਸੀਂ ਜਿਹੜਾ ਆਪਣਾ ਜੀਵਨ ਜੁਗਤ ਜਿਹੜੀ ਪੁਰਾਣੀ ਹੈ ਉਹ ਛੱਡਦੇ ਜਾ ਰਹੇ ਹਾਂ। ਕਹਿੰਦੇ ਦੌਰੀ ਡੰਡੇ ਚੱਕੀਆਂ ਉਖਲੀਆਂ ਤੇ ਚਰਖੇ। ਠੀਕ ਹੈ, ਇੱਥੇ ਸਾਡੇ ਕੋਲ ਜਿਹੜੀ ਹੈ ਚੱਕੀ ਇਹਨਾਂ ਨੇ ਆ ਵੇਖੋ ਦਿਖਾਈ ਹੋਈ ਹੈ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਦੌਰੀ ਡੰਡਾ ਹੁੰਦਾ ਜਿਹਦੇ ਵਿੱਚ ਆਪਾਂ ਕੁਛ ਪਾ ਕੇ ਪੀਂਦੇ ਹਾਂ ਔਰ ਕਹਿੰਦੇ ਦੌਰੀ ਡੰਡੇ ਚੱਕੀਆਂ ਉਖਲੀਆਂ ਤੇ ਚਰਖੇ। ਉਖਲੀਆਂ ਹੁੰਦੀਆਂ ਜਿਹਦੇ ਵਿੱਚ ਆਪਾਂ ਮਤਲਬ ਛੋਟਾ ਜਿਹਾ ਕੁਛ ਨਾ ਕੁਛ ਇਹਦੇ ਵਿੱਚ ਵੀ ਕੁਛ ਰਗੜਨ ਦੇ ਕੁਛ ਪੀਣ ਦੇ ਕੰਮ ਹੀ ਆਉਂਦਾ ਹੈ। ਚਰਖੇ ਜਿਹੜੇ ਨੇ ਉਹ ਬਿਲਕੁਲ ਸਾਡੇ ਕੋਲ ਜਿਹੜੇ ਨੇ ਉਹ ਗਵਾਚ ਗਏ ਨੇ। ਸੈਂਕੜੇ ਹੀ ਮੋਈਆਂ ਚੀਜ਼ਾਂ ਹੋ ਗਈਆਂ ਨੇ ਮਾਣੀਆਂ। ਸਾਡਾ ਜਿਹੜਾ ਵਿਰਾਸਤੀ ਚੀਜ਼ਾਂ ਸੀ ਬੜੀਆਂ ਸੋਹਣੀਆਂ ਸੋਹਣੀਆਂ ਹੱਥ ਨਾਲ ਬਣੀਆਂ ਹੋਈਆਂ ਚੀਜ਼ਾਂ ਸੀ, ਸਾਡੀ ਵਿਰਾਸਤ ਜਿਹੜੀ ਉਹ ਬਿਲਕੁਲ ਹੀ ਹੁਣ ਖਤਮ ਹੋ ਚੁੱਕੀ ਹੈ। ਕਹਿੰਦੇ ਖੁਰਲੀ ਤੋਂ ਵਹਿੜ ਕੇ
ਬਲਦ ਕਿੱਥੇ ਤੁਰ ਗਿਆ। ਹੁਣ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਪੁਰਾਣੇ ਜ਼ਮਾਨੇ ਵਿੱਚ ਜਿਹੜੇ ਬਲਦ ਸੀ ਉਹਨਾਂ ਨਾਲ ਵਾਹੀ ਕੀਤੀ ਜਾਂਦੀ ਸੀ ਔਰ ਵਹਿੜ ਕੇ ਵੀ ਉਹਨਾਂ ਨੂੰ ਹੀ ਕਿਹਾ ਜਾਂਦਾ ਕਿ ਅੱਜ ਕੱਲ੍ਹ ਜਿਹੜੇ ਬਲਦ ਨੇ ਉਹ ਸਾਨੂੰ ਸੜਕਾਂ 'ਤੇ ਰੁਲਦੇ ਹੋਏ ਤਾਂ ਦਿਖਾਈ ਦਿੰਦੇ ਨੇ, ਪਰ ਇਹਨਾਂ ਦੀ ਹੁਣ ਵੁਕਤ ਨਹੀਂ ਰਹੀ। ਕਿੱਥੇ ਗਏ ਕਿੱਲੀਆਂ ਤੋਂ ਘੁੰਗਰੂ ਪੁਰਾਣੀਆਂ, ਠੀਕ ਹੈ। ਪੁਰਾਣੇ ਸਮੇਂ ਦੇ ਵਿੱਚ ਜਿਹੜਾ ਆ ਜਦੋਂ ਜਾਂਦੇ ਸੀ ਬਲਦ ਲੈ ਕੇ ਬਾਹਰ ਖੇਤੀ ਕਰਨ ਜਾਂਦੇ ਸੀ ਅਤੇ ਪੁਰਾਣੀ ਜਿਹੜੀ ਡੰਡੇ ਨੂੰ ਘੁੰਗਰੂ ਬੰਨ੍ਹਦੇ ਸੀ ਅਤੇ ਉਹ ਛਣਕਾਉਂਦੇ ਹੁੰਦੇ ਸੀ ਅਤੇ ਉਹਨੂੰ ਕਿੱਲੀ 'ਤੇ ਆਣ ਕੇ ਟੰਗਦੇ ਹੁੰਦੇ ਸੀ। ਪੁਰਾਣੇ ਸਮੇਂ 'ਚ ਘਰ ਦੇ ਬਾਹਰ ਕਿੱਲੀ ਬਣੀ ਹੁੰਦੀ ਸੀ, ਉੱਤੇ ਟੰਗਦੇ ਸੀ। ਕਹਿੰਦੇ ਉਹ ਵੀ ਸਾਡੀ ਜਿਹੜੀ ਜੀਨ-ਜੁਗਤ ਹੈ ਬਿਲਕੁਲ ਹੀ ਖਤਮ ਹੋ ਚੁੱਕੀ ਹੈ, ਬਿਲਕੁਲ ਗਵਾ ਚੁੱਕੀ ਹੈ। ਕਹਿੰਦੇ ਹੁਣ ਤਾਂ ਹੁਣ ਭਾਸ਼ਾ ਦੇ ਉੱਪਰ ਵੀ ਕਸ਼ਮੀਰ ਨੀਰ ਦੇ ਵਿਅੰਗ ਜਿਹੜਾ ਉਹ ਕੱਸਿਆ। ਉਹ ਦੱਸਦੇ ਨੇ ਕਿ ਹੁਣ ਕੀ ਹੋ ਗਿਆ ਹੈ, ਹੁਣ ਤਾਂ ਸਮਝ ਅਸੀਂ ਸਕਦੇ ਹਾਂ ਤਾਈਓ ਇੰਗਲਿਸ਼ 'ਚ ਦੱਸੋ ਸਾਨੂੰ ਸਾਡੀਆਂ ਕਹਾਣੀਆਂ। ਹੁਣ ਅੱਜ ਦੇ ਬੱਚੇ ਜਿਹੜੇ ਨੇ ਉਹ ਪੁਰਾਤਨ ਪੰਜਾਬੀ ਦੇ ਸ਼ਬਦ ਤੱਕ ਨਹੀਂ ਸਮਝ ਸਕਦੇ, ਉਹਨਾਂ ਨੂੰ ਹਰ ਗੱਲ ਇੰਗਲਿਸ਼ ਦੇ ਵਿੱਚ ਨਾਲ ਦੀ ਨਾਲ ਦੱਸਣੀ ਪੈਂਦੀ ਹੈ। ਇੰਨਾ ਜ਼ਿਆਦਾ ਪੱਛਮੀ ਪ੍ਰਭਾਵ ਜਿਹੜਾ ਉਹ ਵੱਧ ਗਿਆ ਹੈ। ਕਹਿੰਦੇ ਦਿਲ ਮੋਹ ਪਿਆਰ ਅੰਪਣਤ ਸਾਂਝ ਛੱਡ ਕੇ ਪੁਰਾਣੇ ਸਮੇਂ ਵਿੱਚ ਜਿਹੜੇ ਲੋਕ ਸਾਂਝੇ ਪਰਿਵਾਰ ਹੁੰਦੇ ਸੀ, ਸਾਂਝੇ ਇਕੱਠੇ ਜਗ੍ਹਾ ਲੋਕ ਬੈਠਦੇ ਸੀ, ਅੱਜ ਕੱਲ੍ਹ ਆਪਣੇ ਆਪਣੇ ਕਮਰਿਆਂ ਦੇ ਵਿੱਚ ਜਿਹੜੇ ਉਹ ਬੱਚੇ ਬੈਠਦੇ ਨੇ। ਔਰ ਪੱਛਮ ਦਾ ਪ੍ਰਭਾਵ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ। ਪੱਛਮ ਦੇ ਵਿੱਚ ਜਿਹੜੇ ਲੋਕ ਨੇ ਉਹ ਆਂਢ ਗੁਆਂਢ ਵਿੱਚ ਇੱਕ ਦੂਜੇ ਨਾਲ ਬੋਲਦੇ ਨਹੀਂ ਨੇ, ਠੀਕ ਹੈ। ਬੱਚੇ ਤੱਕ ਆਪਣੇ ਮਾਂ ਪਿਓ ਦੇ ਨਾਲ ਜ਼ਿਆਦਾ ਗੱਲ ਨਹੀਂ ਕਰਦੇ। ਸੋ ਉਸੇ ਤਰ੍ਹਾਂ ਹੀ ਜਿਹੜਾ ਅੱਜ ਹੈ ਉਹ ਹੋ ਰਿਹਾ ਹੈ। ਅੱਜ ਜਿਹੜੇ ਆ ਬੱਚੇ ਤੱਕ ਜਿਹੜੇ ਆ ਉਹ ਕੀ ਕਰਦੇ ਨੇ, ਉਹ ਵੀ ਆਪਣੇ ਮਾਪਿਆਂ ਤੋਂ ਦੂਰੀ ਬਣਾਉਂਦੀ ਜਾ ਰਹੇ ਨੇ ਔਰ ਪੱਛਮੀ ਪ੍ਰਭਾਵ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਨੀਰ ਪਿੱਛ ਲੱਗ ਸਭ ਹੋਏ ਅੰਗਰੇਜ਼ ਦੇ। ਇਹ ਕਾਰਨ ਕੀ ਹੈ, ਇਹ ਸਾਰਾ ਕੁਝ ਬਦਲਾਵ ਆਇਆ ਕਿਉਂ ਹੈ। ਨੀਰ ਆਪਣਾ ਤਸੱਵੁਰ ਜਿਹੜਾ ਪੇਸ਼ ਕਰਕੇ ਲਿਖਦਾ ਹੈ ਕਿ ਸਾਰੇ ਅੰਗਰੇਜ਼ ਦੇ ਪਿੱਛ ਲੱਗ ਹੋ ਗਏ ਨੇ, ਅੰਗਰੇਜ਼ ਦੇ ਪਿੱਛੇ ਲੱਗ ਗਏ ਨੇ, ਭਾਵ ਉਹਨਾਂ ਦੀ ਨਕਲ ਕਰ ਰਹੇ ਨੇ। ਆਪਣੀ ਗਵਾਈਏ ਪੰਜਾਬ ਪੰਜਾਂ ਪਾਣੀਆਂ, ਜਿਹੜਾ ਕਦੇ ਪੰਜਾਬ ਆਪਣੀ ਪਹਿਚਾਣ ਕਰਕੇ ਦੂਰ ਦੂਰ ਤੱਕ ਜਿਹੜਾ ਨਾਮ ਹੁੰਦਾ ਸੀ, ਅੱਜ ਉਹ ਪੰਜਾਬ ਆਪਣੀ ਪਹਿਚਾਣ ਗਵਾ ਚੁੱਕਾ ਹੈ। ਔਰ ਗਵਾ ਕਿਉਂ ਚੁੱਕਾ ਹੈ, ਕਿਉਂਕਿ ਨਕਲ ਜ਼ਿਆਦਾ ਕਰ ਰਿਹਾ ਹੈ। ਜੋ ਅਸਲ 'ਚ ਸੀ, ਇਹਦੀ ਵਿਰਾਸਤ ਬੜੀ ਤਗੜੀ ਸੀ, ਇਹ ਬੜਾ ਤਗੜਾ ਸੀ, ਠੀਕ ਹੈ, ਪਰ ਇਹਨੇ ਕੀ ਕੀਤਾ, ਨਕਲ ਕਰਕੇ ਹੁਣ ਜਿਹੜਾ ਆ ਉਹ ਸਾਰਾ ਕੁਛ ਇਹ ਗਵਾ ਚੁੱਕਾ ਹੈ। ਸੋ ਇਸ ਪ੍ਰਕਾਰ ਦੇ ਨਾਲ ਜਿਹੜਾ ਕਸ਼ਮੀਰ ਨੀਰ ਹੈ, ਇਸ ਗਜ਼ਲ ਦੇ ਵਿੱਚ ਜਿਹੜਾ ਆ ਉਹ ਪੰਜਾਬੀ ਸੱਭਿਆਚਾਰ ਦੇ ਵਿੱਚ ਆਏ ਬਦਲਾਵ ਨੂੰ ਪੇਸ਼ ਕਰਦਾ ਹੈ ਕਿ ਪੰਜਾਬੀਆਂ ਦਾ ਜਿਹੜਾ ਵਿਚਰਨ ਢੰਗ ਸੀ, ਪਹਿਰਾਵਾ ਸੀ, ਵਸਤਾਂ ਸੀ ਪੁਰਾਣੀਆਂ, ਉਹ ਸਾਰੀਆਂ ਜਿਹੜੀਆਂ ਨੇ ਪੱਛਮੀ ਪ੍ਰਭਾਵ ਦਿਨ ਖਤਮ ਹੋ ਰਹੀਆਂ ਨੇ। ਔਰ ਇਹ ਰੁਝਾਨ ਜਿਹੜਾ ਹੈ ਅੱਜ ਦੀ ਨੌਜਵਾਨ ਪੀੜ੍ਹੀ ਵਿੱਚ ਇੰਨਾ ਵੱਧ ਗਿਆ ਹੈ ਕਿ ਉਹਨਾਂ ਦੇ ਜੀਵਨ ਢੰਗ, ਖਾਣ ਪੀਣ, ਪਹਿਨਣ ਸਭ ਕੁਛ ਬਦਲ ਚੁੱਕਾ ਹੈ। ਔਰ ਇਹ ਸਾਰਾ ਕੁਛ ਹੋਇਆ ਕਿਉਂ ਹੈ, ਅਸੀਂ ਅੰਗਰੇਜ਼ਾਂ ਦੇ ਪਿਛਲੱਗ ਬਣ ਕੇ ਆਪਣਾ ਪੰਜਾਬੀ ਸੱਭਿਆਚਾਰ ਗਵਾ ਰਹੇ ਹਾਂ। ਉਮੀਦ ਹੈ ਕਿ ਤੁਹਾਨੂੰ ਇਹ ਜਿਹੜੀ ਕਵਿਤਾ ਉਹ ਸਮਝ ਆਈ ਹੋਏਗੀ ਔਰ ਇਸ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।